ਮੇਰੇ ਬਹੁਤ ਹੀ ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਡੇ ਲਈ ਲੈ ਕੇ ਆ ਰਿਹਾ ਹਾਂ 10ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੇ ਇਤਿਹਾਸ ਭਾਗ ਦੇ ਤੀਸਰੇ ਪਾਠ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ ਦਾ ਭਾਗ 2 ਲੈ ਕੇ। ਮੈਂ ਹਾਂ ਤੁਹਾਡਾ ਆਪਣਾ ਦਵਿੰਦਰ ਸ਼ਰਮਾ, ਸਮਾਜਿਕ ਵਿਗਿਆਨ ਅਧਿਆਪਕ, ਜ਼ਿਲ੍ਹਾ ਕਪੂਰਥਲਾ ਤੋਂ। ਬੱਚਿਓ, ਇਹ ਉਹ ਸਮਾਂ ਹੈ ਜਦੋਂ ਸ਼ਾਸਕ ਆਪਣੀ ਪ੍ਰਜਾ ਤੇ ਅਤਿਆਚਾਰ ਕਰ ਰਹੇ ਸਨ। ਹਾਕਮ ਦੇ ਜ਼ੁਲਮਾਂ ਤੋਂ ਲੋਕ ਤਰਾਹੀਮਾਨ ਕਰ ਰਹੇ ਸਨ। ਧਾਰਮਿਕ ਆਸਥਾਵਾਂ ਨੂੰ ਜਬਰਨ ਖੰਡਿਤ ਕੀਤਾ ਜਾ ਰਿਹਾ ਸੀ। ਚਾਰੇ ਪਾਸੇ ਅਗਿਆਨਤਾ ਦਾ ਹਨੇਰਾ ਫੈਲਿਆ ਹੋਇਆ ਸੀ। ਲੋਕ ਇੱਕ ਦੂਜੇ ਦੇ ਨਾਲ ਜਾਤੀ ਅਤੇ ਧਰਮ ਦੇ ਨਾਂ ਤੇ ਨਫ਼ਰਤ ਕਰ ਰਹੇ ਸਨ। ਗਰੀਬਾਂ ਮਜ਼ਲੂਮਾਂ ਦੀ ਮਦਦ ਕਰਨ ਦੇ ਲਈ ਕੋਈ ਵੀ ਮਦਦਗਾਰ ਸਾਹਮਣੇ ਆਉਣ ਦੀ ਹਿੰਮਤ ਨਹੀਂ ਸੀ ਕਰ ਰਿਹਾ। ਐਸੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਲਈ, ਗਿਆਨ ਦਾ ਪ੍ਰਕਾਸ਼ ਜਲਾਉਣ ਦੇ ਲਈ ਅਤੇ ਸਾਰਿਆਂ ਨੂੰ ਸਹੀ ਰਸਤਾ ਦਿਖਾਉਣ ਦੇ ਲਈ ਕਿਸੇ ਫਰਿਸ਼ਤੇ ਦੀ ਲੋੜ ਹੁੰਦੀ ਹੈ ਅਤੇ ਇਹੀ ਮੌਕਾ ਹੁੰਦਾ ਹੈ ਜਦੋਂ ਇਹ ਫਰਿਸ਼ਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ 15 ਅਪ੍ਰੈਲ 1469 ਨੂੰ ਪਿੰਡ ਤਲਵੰਡੀ, ਜ਼ਿਲ੍ਹਾ ਸ਼ੇਖੂਪੁਰਾ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੋਖ ਤੋਂ ਜਨਮ ਲੈਂਦਾ ਹੈ। ਬੱਚਿਓ, ਮੈਂ ਗੱਲ ਕਰ ਰਿਹਾ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ, ਜਿਸ ਦਾ ਨਾਂ ਨਾਨਕ ਰੱਖਿਆ ਜਾਂਦਾ ਹੈ ਕਿਉਂਕਿ ਉਹਨਾਂ ਦੀ ਵੱਡੀ ਭੈਣ ਜੋ ਕਿ ਨਾਨਕੇ ਘਰ ਪੈਦਾ ਹੋਈ ਹੁੰਦੀ ਹੈ ਅਤੇ ਉਸ ਦਾ ਨਾਂ ਨਾਨਕੀ ਹੁੰਦਾ ਹੈ। ਇਸੇ ਕਾਰਨ ਆਪ ਜੀ ਦਾ ਨਾਂ ਨਾਨਕ ਰੱਖਿਆ ਜਾਂਦਾ ਹੈ। ਆਪ ਬਚਪਨ ਤੋਂ ਹੀ ਆਪਣੀ ਅਵਸਥਾ ਦੇ ਦੂਸਰੇ ਬੱਚਿਆਂ ਨਾਲੋਂ ਬਿਲਕੁਲ ਭਿੰਨ ਸਨ। ਜਦੋਂ ਬਾਕੀ ਦੇ ਬੱਚੇ ਖੇਡਣ ਕੂਦਣ ਦੇ ਵਿੱਚ ਆਪਣਾ ਸਮਾਂ ਬਤੀਤ ਕਰਦੇ ਸਨ, ਆਪ ਉਦੋਂ ਹੀ ਅਧਿਆਤਮਕ ਜਾਂ ਇਕੱਲੇ ਬੈਠ ਕੇ ਰੱਬ ਦਾ ਨਾਮ ਲੈਣ ਵਿੱਚ ਵਿਸ਼ਵਾਸ ਰੱਖਦੇ ਸਨ। ਆਪ ਗੰਭੀਰ ਸੁਭਾਅ ਦੇ ਮਾਲਕ ਸਨ ਔਰ ਜਦੋਂ ਆਪ ਨੂੰ ਸਿੱਖਿਆ ਲਈ 7 ਸਾਲ ਦੀ ਉਮਰ ਵਿੱਚ ਪੰਡਿਤ ਗੋਪਾਲ ਜੀ ਦੀ ਪਾਠਸ਼ਾਲਾ ਵਿੱਚ ਭੇਜਿਆ ਗਿਆ ਤਾਂ ਆਪ ਨੇ ਆਪਣੇ ਅਧਿਆਪਕ ਨੂੰ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਕਿ ਆਪ ਦਾ ਅਧਿਆਪਕ ਵੀ ਆਪ ਨੂੰ ਘਰ ਛੱਡ ਗਿਆ ਕਿਉਂਕਿ ਆਪ ਦੇ ਪ੍ਰਸ਼ਨਾਂ ਦੇ ਉੱਤਰ ਆਪ ਦੇ ਅਧਿਆਪਕ ਕੋਲ ਨਹੀਂ ਸਨ। ਇਸ ਤੋਂ ਬਾਅਦ ਆਪ ਨੇ ਜਨੇਊ ਦੀ ਰਸਮ ਵਿੱਚ ਜਨੇਊ ਪਾਉਣ ਤੋਂ ਵੀ ਇਨਕਾਰ ਕਰ ਦਿੱਤਾ। ਜਦੋਂ ਐਤਵਾਰ ਵਾਲੇ ਦਿਨ ਪੰਡਿਤ ਹਰਦਿਆਲ ਆਪ ਜੀ ਨੂੰ ਜਨੇਊ ਧਾਰਨ ਕਰਨ ਲਈ ਕਹਿਣ ਲੱਗੇ ਤਾਂ ਆਪ ਨੇ ਉਹਨਾਂ ਨੂੰ ਕਿਹਾ ਕਿ ਪੰਡਿਤ ਜੀ, ਮੈਨੂੰ ਉਹ ਜਨੇਊ ਚਾਹੀਦਾ ਹੈ ਜਿਸ ਦੇ ਵਿੱਚ ਜੋ ਕਪਾਹ ਹੈ ਉਹ ਦਇਆ ਦੇ ਰੂਪ ਦੀ ਹੋਵੇ ਤੇ ਉਸ ਦਾ ਜਿਹੜਾ ਸੂਤ ਹੈ ਉਹ ਸਬਰ ਸੰਤੋਖ ਵਾਲਾ ਹੋਵੇ ਤੇ ਉਸ ਦੀਆਂ ਗੰਢਾਂ ਇਨਸਾਨ ਨੂੰ ਆਪਣੇ ਆਪ ਤੇ ਕੰਟਰੋਲ ਕਰਨ ਵਾਲੀਆਂ ਹੋਣ ਤੇ ਉਸ ਦੇ ਜਿਹੜੇ ਵੱਟ ਹਨ ਉਹ ਸਦਾਚਾਰਾਂ ਵਾਲੇ ਹੋਣ। ਜੇ ਕੋਈ ਇਸ ਤਰ੍ਹਾਂ ਦਾ ਜਨੇਊ ਹੈ ਤਾਂ ਉਹ ਮੇਰੇ ਪਾ ਦਿੱਤਾ ਜਾਵੇ, ਜਿਸ ਤੇ ਪੰਡਿਤ ਜੀ ਕੋਲ ਕੋਈ ਜਵਾਬ ਨਹੀਂ ਸੀ। ਇਸ ਤੋਂ ਬਾਅਦ ਜਦੋਂ ਆਪਾਂ ਦੇਖਦੇ ਹਾਂ ਉਹਨਾਂ ਦਾ ਮਨ ਕਿਸੇ ਵੀ ਦੁਨੀਆ ਦੇ ਕੰਮ ਵਿੱਚ ਨਹੀਂ ਲੱਗਦਾ ਸੀ। ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਮੱਝਾਂ ਚਾਰਨ ਦੇ ਕੰਮ ਵਿੱਚ ਲਾ ਦਿੰਦੇ ਹਨ, ਪਰ ਉਹ ਇਹ ਵੀ ਕੰਮ ਠੀਕ ਢੰਗ ਨਾਲ ਨਹੀਂ ਕਰਦੇ ਹਨ। ਮੱਝਾਂ ਆਂਢ ਗੁਆਂਢ ਖੇਤਾਂ ਵਿੱਚ ਚਲੀਆਂ ਜਾਂਦੀਆਂ ਹਨ ਤੇ ਖੇਤਾਂ ਦੇ ਮਾਲਕ ਜਦੋਂ ਆਪਣੇ ਖੇਤ ਦਾ ਉਜਾੜਾ ਦੇਖਦੇ ਹਨ ਤਾਂ ਉਹ ਆ ਕੇ ਮਹਿਤਾ ਕਾਲੂ ਜੀ ਨੂੰ ਇਸ ਦੀ ਸ਼ਿਕਾਇਤ ਕਰਦੇ ਹਨ ਅਤੇ ਜਦੋਂ ਮਹਿਤਾ ਕਾਲੂ ਜੀ ਜਾ ਕੇ ਦੇਖਦੇ ਹਨ ਤਾਂ ਖੇਤ ਹਰੇ ਭਰੇ ਹੁੰਦੇ ਹਨ। ਇਸ ਤੋਂ ਬਾਅਦ ਅਸੀਂ ਕੀ ਦੇਖਦੇ ਹਾਂ ਕਿ ਗੁਰੂ ਸਾਹਿਬ ਦੇ ਪਿਤਾ ਰੋਜ਼ ਕੋਈ ਨਾ ਕੋਈ ਅਜਿਹੀ ਤਰਕੀਬ ਲਾਉਣ ਲੱਗੇ ਜਿਸ ਨਾਲ ਕਿ ਇਸ ਬੱਚੇ ਦਾ ਜੋ ਮਨ ਹੈ ਉਹ ਦੁਨੀਆਦਾਰੀ ਵਿੱਚ ਲਾਇਆ ਜਾਵੇ। ਇਸ ਲਈ ਆਪ ਦੇ ਪਿਤਾ ਨੇ ਆਪ ਨੂੰ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਲਈ ਕਿਹਾ ਅਤੇ ਆਪ ਸੱਚਾ ਸੌਦਾ ਕਰਨ ਲਈ ਤੁਰ ਜਾਂਦੇ ਹਨ। ਆਪ ਰਸਤੇ ਵਿੱਚ ਕੀ ਦੇਖਦੇ ਹਨ ਕਿ ਰਸਤੇ ਵਿੱਚ ਭੁੱਖੇ ਸਾਧੂ ਬੈਠੇ ਹੁੰਦੇ ਹਨ। ਆਪ
ਉਹਨਾਂ 20 ਰੁਪਇਆਂ ਦਾ ਭੋਜਨ ਲੈ ਕੇ ਉਹਨਾਂ ਨੂੰ ਭੋਜਨ ਕਰਵਾ ਦਿੰਦੇ ਹਨ ਅਤੇ ਜੋ ਪੈਸੇ ਬਚ ਜਾਂਦੇ ਹਨ ਉਸ ਦੀ ਰਸਦ ਉਹਨਾਂ ਨੂੰ ਦੇ ਦਿੰਦੇ ਹਨ ਅਤੇ ਉਹਨਾਂ ਨੂੰ ਰਸਦ ਦੇਣ ਤੋਂ ਬਾਅਦ ਜਦੋਂ ਉਹ ਵਾਪਸ ਘਰ ਆਉਂਦੇ ਹਨ ਤੇ ਇਹ ਦੇਖ ਕੇ ਉਹਨਾਂ ਦੇ ਪਿਤਾ ਜੀ ਬਹੁਤ ਨਾਰਾਜ਼ ਹੁੰਦੇ ਹਨ। ਉਹ ਉਹਨਾਂ ਨੂੰ ਖਾਲੀ ਹੱਥ ਆਉਣ ਦਾ ਕਾਰਨ ਪੁੱਛਦੇ ਹਨ ਤੇ ਆਪ ਉਹਨਾਂ ਨੂੰ ਸਾਰੀ ਘਟਨਾ ਸੁਣਾ ਦਿੰਦੇ ਹਨ। ਔਰ ਬੱਚਿਓ, ਗੁਰੂ ਸਾਹਿਬ ਜੀ ਦੀ ਚਲਾਈ ਇਸੇ ਪ੍ਰਥਾ ਨੂੰ ਲੰਗਰ ਪ੍ਰਥਾ ਕਿਹਾ ਜਾਂਦਾ ਹੈ ਅਤੇ ਇਹ ਲੰਗਰ ਪ੍ਰਥਾ ਅੱਜ ਵੀ ਕਾਇਮ ਹੈ। ਸੰਸਾਰ ਦੇ ਕਿਸੇ ਵੀ ਦੇਸ਼ ਵਿੱਚ ਚਲ ਜਾਓ, ਲੰਗਰ ਪ੍ਰਥਾ ਆਪ ਨੂੰ ਜ਼ਰੂਰ ਮਿਲੇਗੀ। ਇਹ ਇੱਕ ਅਜਿਹਾ ਕਦਮ ਸੀ ਜਿਸ ਨੇ ਜਾਤਾਂ ਪਾਤਾਂ ਸਭ ਮੁਕਾ ਦਿੱਤੀਆਂ। ਇਸ ਵਿੱਚ ਹਰ ਇਨਸਾਨ ਬੈਠ ਕੇ ਲੰਗਰ ਛਕ ਸਕਦਾ ਹੈ। ਸੋ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਗੁਰੂ ਜੀ ਅਕਸਰ ਹੀ ਭਗਤੀ ਦੇ ਵਿੱਚ ਲੀਨ ਰਹਿੰਦੇ ਸਨ। ਹੁਣ ਉੱਥੋਂ ਦੇ ਲੋਕ ਵੀ ਇਹ ਸਮਝ ਗਏ ਸਨ ਇਹ ਬਾਲਕ ਕੁਝ ਖਾਸ ਹੈ, ਪਰ ਮਹਿਤਾ ਕਾਲੂ ਜੀ ਨੂੰ ਇਹ ਸਾਰਾ ਕੁਝ ਓਪਰਾ ਮਹਿਸੂਸ ਹੁੰਦਾ ਸੀ। ਉਹ ਸੋਚਦੇ ਸੀ ਕਿ ਮੈਂ ਇਸ ਬੱਚੇ ਦਾ ਕੀ ਕਰਾਂ, ਇਸ ਨੂੰ ਕਿਹੜਾ ਕੰਮ ਦੇਵਾਂ ਜਿਸ ਕਾਰਨ ਇਸ ਦਾ ਮਨ ਦੁਨੀਆਦਾਰੀ ਵਿੱਚ ਲੱਗ ਜਾਵੇ। ਸਿੱਟੇ ਵਜੋਂ ਆਪ ਜੀ ਦਾ 15 ਕੁ ਸਾਲ ਦੀ ਉਮਰ ਦੇ ਵਿੱਚ ਬੀਬੀ ਸੁਲੱਖਣੀ ਜੀ ਦੇ ਨਾਲ ਰਿਸ਼ਤਾ ਕਰ ਦਿੱਤਾ ਗਿਆ, ਵਿਆਹ ਕਰ ਦਿੱਤਾ ਗਿਆ ਅਤੇ ਆਪ ਜੀ ਦੇ ਘਰ 2 ਬੱਚਿਆਂ ਨੇ ਵੀ ਜਨਮ ਲਿਆ। ਵੱਡੇ ਬੱਚੇ ਦਾ ਨਾਂ ਬਾਬਾ ਸ਼੍ਰੀ ਚੰਦ ਸੀ ਤੇ ਛੋਟੇ ਬੱਚੇ ਦਾ ਨਾਂ ਬਾਬਾ ਲਖਮੀ ਦਾਸ ਜੀ ਸੀ। ਇਸ ਤੋਂ ਬਾਅਦ ਵੀ ਜਦੋਂ ਆਪ ਦਾ ਧਿਆਨ ਦੁਨੀਆਦਾਰੀ ਵਿੱਚ ਨਾ ਲੱਗਾ ਤਾਂ ਆਪ ਦੇ ਪਿਤਾ ਜੀ ਫਿਰ ਸੋਚਦੇ ਹਨ ਕਿ ਮੈਂ ਇਸ ਬੱਚੇ ਦਾ ਕੀ ਕਰਾਂ, ਮੈਂ ਇਸ ਨੂੰ ਕਿਹੜਾ ਕੰਮ ਦੇਵਾਂ ਜਿਸ ਨਾਲ ਇਹ ਘਰ ਦੇ ਕੰਮਾਂ ਵੱਲ ਵੀ ਧਿਆਨ ਦੇਵੇ। ਇਸ ਖਾਤਰ ਆਪ ਜੀ ਦੀ ਭੈਣ ਬੇਬੇ ਨਾਨਕੀ, ਜੋ ਕਿ ਸੁਲਤਾਨਪੁਰ ਜੈ ਰਾਮ ਨਾਂ ਦੇ ਵਿਅਕਤੀ ਦੇ ਨਾਲ ਵਿਆਹੀ ਹੋਈ ਸੀ, ਜੋ ਕਿ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਦੇ ਵਿੱਚ ਕੰਮ ਕਰਦਾ ਸੀ, ਉਸ ਨੇ ਆਪ ਜੀ ਨੂੰ ਮੋਦੀ ਖਾਨੇ ਦੇ ਵਿੱਚ ਭੰਡਾਰੀ ਦੀ ਨੌਕਰੀ ਤੇ ਲਗਵਾ ਦਿੱਤਾ। ਪਰ ਆਪ ਇੱਥੇ ਵੀ 13 ਤੋਲਣ ਲੱਗ ਪਏ। ਇਸ ਕਰਕੇ ਆਪ ਜੀ ਦੀ ਸ਼ਿਕਾਇਤ ਕੀਤੀ ਗਈ ਤੇ ਕਹਿੰਦੇ ਹਨ ਜਦੋਂ ਹਿਸਾਬ ਕੀਤਾ ਗਿਆ ਤੇ ਸਭ ਠੀਕ ਪਾਇਆ ਗਿਆ। ਬੱਚਿਓ, ਇਹ ਜੋ ਸਮਾਂ ਸੀ ਇਹ ਗੁਰੂ ਸਾਹਿਬ ਜੀ ਦਾ ਸਭ ਤੋਂ ਵੱਧ ਰਚਨਾਤਮਕ ਸਮਾਂ ਸੀ। ਇਸ ਸਮੇਂ ਦੌਰਾਨ ਆਪ ਅਕਾਲ ਪੁਰਖ ਨੂੰ ਮਿਲਣ ਦੀ ਆਪ ਵਿੱਚ ਤਾਂਘ ਵੱਧ ਜਾਂਦੀ ਹੈ। ਔਰ ਬੱਚਿਓ, ਆਪ ਰੋਜ਼ ਇਸ ਵੇਈ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਇੱਕ ਵਾਰੀ ਆਪ ਵੇਈ ਦੇ ਵਿੱਚ ਇਸ਼ਨਾਨ ਕਰਨ ਗਏ ਪਰ ਘਰ ਨਾ ਪਰਤੇ। ਇਹ ਤਕਰੀਬਨ 1499 ਈਸਵੀ ਦੀ ਗੱਲ ਹੈ ਅਤੇ ਜਦੋਂ ਉਹ ਵੇਈ ਵਿੱਚੋਂ ਵਾਪਸ ਆਉਂਦੇ ਹਨ ਤਾਂ ਕਹਿੰਦੇ ਹਨ, ਉਹਨਾਂ ਨੂੰ ਜਦੋਂ ਬੋਲਣ ਲਈ ਕਿਹਾ ਜਾਂਦਾ ਹੈ ਤਾਂ ਉਹ ਇਹੀ ਕਹਿੰਦੇ ਹਨ ਕਿ ਨਾ ਕੋਈ ਹਿੰਦੂ ਤੇ ਨਾ ਮੁਸਲਮਾਨ। ਸੋ ਬੱਚਿਓ, ਗਿਆਨ ਦੀ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕੁਝ ਯਾਤਰਾਵਾਂ ਆਰੰਭ ਕੀਤੀਆਂ। ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਮੁੱਖ ਉਦੇਸ਼ ਰਾਹੋਂ ਭਟਕੀ ਮਨੁੱਖਤਾ ਨੂੰ ਜੀਵਨ ਦਾ ਅਸਲੀ ਮਾਰਗ ਸਿਖਾਉਣਾ ਸੀ। ਬੱਚਿਓ, ਇਹਨਾਂ ਜਿਹੜੀਆਂ ਉਦਾਸੀਆਂ ਹਨ ਇਹਨਾਂ ਦਾ ਕੋਈ ਨਿਸ਼ਚਿਤ ਸਮਾਂ ਅਤੇ ਸਿਲਸਿਲੇਵਾਰ ਜਿਹੜਾ ਵੇਰਵਾ ਹੈ ਉਹ ਤਿਆਰ ਕਰਨਾ ਇਤਿਹਾਸਕਾਰਾਂ ਲਈ ਇੱਕ ਗੁੰਝਲ ਸਮੱਸਿਆ ਜੋ ਹੈ ਉਹ ਬਣੀ ਹੋਈ ਹੈ। ਇਹਨਾਂ ਦੇ ਵਰਣਨ ਦਾ ਮੁੱਖ ਸੋਮਾ ਗੁਰੂ ਜੀ ਦੀਆਂ ਜਨਮ ਸਾਖੀਆਂ ਹਨ, ਜਿਨ੍ਹਾਂ ਵਿਚਲਾ ਵਰਣਨ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਗਿਣਤੀ ਬਾਰੇ ਵੀ ਇਤਿਹਾਸਕਾਰਾਂ ਵਿੱਚ ਕਾਫੀ ਮਤਭੇਦ ਪਾਇਆ ਜਾਂਦਾ ਹੈ। ਪੁਰਾਤਨ ਜਨਮ ਸਾਖੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਆਧਾਰ ਤੇ ਕਈ ਇਤਿਹਾਸਕਾਰਾਂ ਨੇ ਇਹਨਾਂ ਉਦਾਸੀਆਂ ਦੀ ਗਿਣਤੀ 5 ਅਤੇ ਕਈਆਂ ਨੇ 4 ਦੱਸੀ ਹੈ, ਪਰੰਤੂ ਡਾਕਟਰ ਫੌਜਾ ਸਿੰਘ ਜੀ ਅਤੇ ਡਾਕਟਰ ਕਿਰਪਾਲ ਸਿੰਘ ਜੀ ਨੇ ਇਹਨਾਂ ਦੀ ਗਿਣਤੀ 3 ਸਿੱਧ ਕੀਤੀ ਹੈ, ਜੋ ਕਿ ਸਹੀ ਮੰਨੀ ਜਾਂਦੀ ਹੈ। ਸੋ ਬੱਚਿਓ,
ਹੁਣ ਆਪਾਂ ਗੁਰੂ ਸਾਹਿਬ ਦੀਆਂ ਇਹਨਾਂ ਉਦਾਸੀਆਂ ਦੀ ਗੱਲ ਕਰਦੇ ਹਾਂ। ਆਪਾਂ ਗੱਲ ਕਰਦੇ ਹਾਂ ਪਹਿਲੀ ਉਦਾਸੀ ਦੀ। ਇਸ ਦੀ ਸ਼ੁਰੂਆਤ ਕੀਤੀ। ਇਸ ਉਦਾਸੀ ਵਿੱਚ ਭਾਈ ਮਰਦਾਨਾ ਵੀ ਆਪ ਜੀ ਦੇ ਨਾਲ ਸੀ, ਜੋ ਕਿ ਇੱਕ ਰਵਾਬੀ ਸੀ। ਔਰ ਬੱਚਿਓ, ਇਸ ਉਦਾਸੀ ਲਈ ਗੁਰੂ ਸਾਹਿਬ ਸਭ ਤੋਂ ਪਹਿਲਾਂ ਮਰਦਾਨੇ ਦੇ ਨਾਲ ਪਿੰਡ ਸੈਯਦਪੁਰ ਪਹੁੰਚਦੇ ਹਨ। ਇੱਥੇ ਇੱਕ ਭਾਈ ਲਾਲੋ ਨਾਂ ਦਾ ਤਰਖਾਣ ਹੈ, ਜੋ ਗੁਰੂ ਜੀ ਦਾ ਸ਼ਰਧਾਲੂ ਬਣ ਜਾਂਦਾ ਹੈ। ਉਹ ਦਸਾਂ ਨੌਆਂ ਦੀ ਕਿਰਤ ਕਰਨ ਵਾਲਾ ਇਨਸਾਨ ਹੈ, ਜਿਸ ਕਾਰਨ ਗੁਰੂ ਸਾਹਿਬ ਉਸ ਦੇ ਘਰ ਰੋਟੀ ਖਾਣ ਦਾ ਫੈਸਲਾ ਕਰਦੇ ਹਨ। ਦੂਸਰੇ ਪਾਸੇ ਉਸੇ ਪਿੰਡ ਵਿੱਚ ਇੱਕ ਮਲਕ ਭਾਗੋ ਨਾਂ ਦਾ ਇੱਕ ਅਮੀਰ ਪੁਰਸ਼ ਵੀ ਹੈ, ਜੋ ਗੁਰੂ ਸਾਹਿਬ ਨੂੰ ਰੋਟੀ ਖਾਣ ਲਈ ਕਹਿੰਦਾ ਹੈ, ਪਰ ਆਪ ਉਸ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੰਦੇ ਹਨ, ਕਿਉਂਕਿ ਉਸ ਨੇ ਧਨ ਲੋਕਾਂ ਦੇ ਨਾਲ ਧੱਕਾ ਕਰਕੇ ਕਮਾਇਆ ਹੁੰਦਾ ਹੈ, ਰਿਸ਼ਵਤ ਲੈ ਕੇ ਕਮਾਇਆ ਹੁੰਦਾ ਹੈ। ਸੋ ਗੁਰੂ ਸਾਹਿਬ ਉੱਥੇ ਸਾਰੀ ਜਨਤਾ ਨੂੰ ਉਹਨਾਂ ਦੇ ਸਾਹਮਣੇ ਦਿਖਾਉਂਦੇ ਹਨ ਕਿ ਭਾਈ ਲਾਲੋ ਦੀਆਂ ਰੋਟੀਆਂ ਦੇ ਵਿੱਚੋਂ ਉਹ ਦੁੱਧ ਅਤੇ ਮਲਕ ਭਾਗੋ ਦੀਆਂ ਰੋਟੀਆਂ ਦੇ ਵਿੱਚ ਗੁਰੂ ਸਾਹਿਬ ਖੂਨ ਕੱਢ ਕੇ ਦਿਖਾਉਂਦੇ ਹਨ। ਇਸ ਤੋਂ ਬਾਅਦ ਗੁਰੂ ਸਾਹਿਬ ਤਲੰਬਾ ਵਿਖੇ ਪਹੁੰਚਦੇ ਹਨ ਔਰ ਤਲੰਬਾ ਵਿੱਚ ਉਹਨਾਂ ਦੀ ਮੁਲਾਕਾਤ ਇੱਕ ਸੱਜਣ ਠੱਗ ਨਾਂ ਦੇ ਇਨਸਾਨ ਦੇ ਨਾਲ ਹੁੰਦੀ ਹੈ। ਉਹ ਹਵੇਲੀ ਵਿੱਚ ਰਾਤ ਠਹਿਰਨ ਵਾਲੇ ਯਾਤਰੀਆਂ ਨੂੰ ਲੁੱਟ ਲੈਂਦਾ ਹੈ। ਗੁਰੂ ਜੀ ਨੂੰ ਜਦੋਂ ਉਹ ਮਿਲਦਾ ਹੈ ਤਾਂ ਗੁਰੂ ਜੀ ਦੀ ਬਾਣੀ ਸੁਣ ਕੇ ਉਹ ਇੰਨਾ ਪ੍ਰਭਾਵਿਤ ਹੁੰਦਾ ਹੈ ਕਿ ਉਹ ਸਦਾ ਦੇ ਲਈ ਠੱਗੀ ਛੱਡ ਦਿੰਦਾ ਹੈ ਅਤੇ ਗੁਰੂ ਜੀ ਦਾ ਸੇਵਕ ਬਣ ਜਾਂਦਾ ਹੈ। ਇਸ ਤਰ੍ਹਾਂ ਸਰਾਂ ਦੇ ਵਿੱਚ ਹੁਣ ਪਰਮਾਤਮਾ ਦੀ ਉਪਾਸਨਾ ਹੋਣ ਲੱਗ ਜਾਂਦੀ ਹੈ। ਉਹ ਉਪਾਸਨਾ ਦਾ ਘਰ ਬਣ ਜਾਂਦੀ ਹੈ। ਤਲੰਬਾ ਤੋਂ ਬਾਅਦ ਗੁਰੂ ਜੀ ਅੱਗੇ ਵਧਦੇ ਹੋਏ ਕੁਰੂਕਸ਼ੇਤਰ ਪਹੁੰਚ ਜਾਂਦੇ ਹਨ। ਉਸ ਸਮੇਂ ਉੱਥੇ ਸੂਰਜ ਗ੍ਰਹਿਣ ਲੱਗਾ ਹੋਇਆ ਸੀ ਤੇ ਬਹੁਤ ਲੋਕ ਇਕੱਠੇ ਹੋਏ ਸਨ। ਗੁਰੂ ਜੀ ਇੱਥੇ ਲੋਕਾਂ ਨੂੰ ਉਪਦੇਸ਼ ਦਿੰਦੇ ਹਨ ਕਿ ਸੂਰਜ ਅਤੇ ਚੰਦ ਗ੍ਰਹਿਣ ਸੰਬੰਧੀ ਝੂਠੇ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਪਰਮਾਤਮਾ ਦੀ ਭਗਤੀ ਤੇ ਸ਼ੁੱਧ ਕੰਮ ਕਰਨੇ ਚਾਹੀਦੇ ਹਨ। ਸੋ ਕੁਰੂਕਸ਼ੇਤਰ ਤੋਂ ਗੁਰੂ ਜੀ ਫਿਰ ਚੱਲਦੇ ਹਨ ਅਤੇ ਉਹ ਆਪਣੇ ਚਾਲੇ ਹੁਣ ਪਾਣੀਪਤ ਨੂੰ ਪਾਉਂਦੇ ਹਨ, ਜਿੱਥੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਪਹੁੰਚ ਜਾਂਦੇ ਹਨ। ਤੇ ਇੱਥੇ ਉਹ ਕੀ ਦੇਖਦੇ ਹਨ? ਇੱਥੇ ਜਿਹੜੇ ਲੋਕ ਹਨ ਉਹ ਸਵੇਰੇ ਸਵੇਰੇ ਸੂਰਜ ਵੱਲ ਮੂੰਹ ਕਰਕੇ ਆਪੋ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹੁੰਦੇ ਹਨ। ਜਦੋਂ ਗੁਰੂ ਜੀ ਇਹ ਦੇਖਦੇ ਹਨ ਤਾਂ ਗੁਰੂ ਜੀ ਉਹਨਾਂ ਲੋਕਾਂ ਨੂੰ ਸਮਝਾਉਂਦੇ ਹਨ ਕਿ ਇਸ ਤਰ੍ਹਾਂ ਪਾਣੀ ਦੇਣ ਨਾਲ ਕੁਝ ਨਹੀਂ ਹੁੰਦਾ। ਗੁਰੂ ਜੀ ਆਪ ਸੂਰਜ ਤੋਂ ਉਲਟ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਹਨ ਤਾਂ ਉਹ ਉਹਨਾਂ ਨੂੰ ਦੱਸਦੇ ਹਨ ਕਿ ਜੇਕਰ ਮੇਰਾ ਪਾਣੀ ਮੇਰੇ ਪਿੰਡ ਵਿੱਚ ਕੁਝ ਮੀਲ ਦੂਰ ਨਹੀਂ ਜਾ ਸਕਦਾ ਤਾਂ ਤੁਹਾਡਾ ਪਾਣੀ ਕਰੋੜਾਂ ਮੀਲ ਦੂਰ ਤੁਹਾਡੇ ਪਿਤਰਾਂ ਨੂੰ ਕਿਵੇਂ ਜਾ ਸਕਦਾ ਹੈ। ਸੋ ਬੱਚਿਓ, ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰੂ ਜੀ ਇੱਥੇ ਵੀ ਲੋਕਾਂ ਦੇ ਵਹਿਮ ਭਰਮ ਦੂਰ ਕਰਦੇ ਹਨ। ਇਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਗੁਰੂ ਜੀ ਹੁਣ ਗੋਰਖਮਤੇ ਪਹੁੰਚ ਜਾਂਦੇ ਹਨ। ਇਸ ਤੋਂ ਬਾਅਦ ਬੱਚਿਓ, ਗੁਰੂ ਸਾਹਿਬ ਕੇਦਾਰਨਾਥ, ਬਦਰੀਨਾਥ, ਜੋਸ਼ੀਮਠ ਆਦਿ ਹੁੰਦੇ ਹੋਏ ਗੋਰਖਮਤਾ ਪਹੁੰਚਦੇ ਹਨ, ਜਿੱਥੇ ਉਹਨਾਂ ਦੀ ਮੁਲਾਕਾਤ ਜੋ ਹੈ ਉਹ ਗੋਰਖਨਾਥ ਦੇ ਅਨੁਯਾਈਆਂ ਦੇ ਨਾਲ ਹੁੰਦੀ ਹੈ। ਤੇ ਗੁਰੂ ਸਾਹਿਬ ਉਹਨਾਂ ਨੂੰ ਉਪਦੇਸ਼ ਦਿੰਦੇ ਹਨ ਕਿ ਕੰਨਾਂ ਵਿੱਚ ਮੁੰਦਰਾਂ ਪਾਉਣ, ਪਿੰਡੇ ਉੱਤੇ ਭਸਮ ਮਲਣ, ਹੱਥ ਵਿੱਚ ਡੰਡਾ ਫੜਨ, ਸਿਰ ਮਨਵਾਉਣ ਅਤੇ ਸੰਸਾਰ ਤਿਆਗਣ ਦੇ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ। ਜੋਗੀ ਲੋਕ ਗੁਰੂ ਜੀ ਤੋਂ ਬੜੇ ਪ੍ਰਭਾਵਿਤ ਹੁੰਦੇ ਹਨ ਤੇ ਇਸ ਸਥਾਨ ਦਾ ਨਾਂ ਗੋਰਖਮਤਾ ਜਿਹੜਾ ਹੈ ਦੀ ਥਾਂ ਹੁਣ ਨਾਨਕ ਮਤਾ ਪੈ ਗਿਆ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਜਿਹੜੇ ਹਨ ਉਹ ਬਨਾਰਸ ਪਹੁੰਚਦੇ ਹਨ। ਉੱਥੇ ਉਹਨਾਂ ਦੀ ਮੁਲਾਕਾਤ ਪੰਡਿਤ ਚਤੁਰਦਾਸ ਨਾਲ ਹੁੰਦੀ ਹੈ। ਉਹ ਵੀ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਤੇ ਗੁਰੂ ਜੀ ਦਾ ਚੇਲਾ ਬਣ ਜਾਂਦਾ ਹੈ।
ਇਸ ਤੋਂ ਬਾਅਦ ਗੁਰੂ ਜੀ ਪਟਨਾ ਅਤੇ ਹਾਜੀਪੁਰ ਵੀ ਜਾਂਦੇ ਹਨ ਅਤੇ ਆਪਣੇ ਵਿਚਾਰਾਂ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਤੋਂ ਬਾਅਦ ਉਹ ਅਸਾਮ ਹੁੰਦੇ ਹੋਏ ਕਾਮਰੂਪ ਪਹੁੰਚਦੇ ਹਨ, ਜਿੱਥੇ ਉਹ ਇੱਕ ਨੂਰ ਸ਼ਾਹ ਨਾਂ ਦੀ ਜਾਦੂਗਰਨੀ ਨੂੰ ਉਪਦੇਸ਼ ਦਿੰਦੇ ਹਨ ਕਿ ਸੱਚੀ ਸੁੰਦਰਤਾ ਉੱਚੇ ਚਰਿੱਤਰ ਦੇ ਵਿੱਚ ਹੀ ਹੈ। ਸੋ ਇਸ ਤਰ੍ਹਾਂ ਗੁਰੂ ਜੀ ਗੁਹਾਟੀ ਅਤੇ ਸ਼ਿਲਾਂਗ ਹੁੰਦੇ ਹੋਏ ਸਿਲਹਟ ਪਹੁੰਚ ਜਾਂਦੇ ਹਨ ਤੇ ਉਹਨਾਂ ਦਾ ਮੇਲ ਸੰਤ ਸ਼ੇਖ ਜਲਾਲ ਨਾਲ ਹੁੰਦਾ ਹੈ। ਉਹ ਵੀ ਗੁਰੂ ਜੀ ਦੇ ਪ੍ਰਵਚਨਾਂ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਤੋਂ ਬਾਅਦ ਗੁਰੂ ਜੀ ਢਾਕਾ ਪਹੁੰਚ ਜਾਂਦੇ ਹਨ ਅਤੇ ਉੱਥੇ ਵੱਖ-ਵੱਖ ਨੇਤਾਵਾਂ ਦੇ ਨਾਲ ਮੁਲਾਕਾਤ ਕਰਦੇ ਹਨ। ਢਾਕਾ ਤੋਂ ਕਟਕ ਹੁੰਦੇ ਹੋਏ ਗੁਰੂ ਸਾਹਿਬ ਹੁਣ ਉੜੀਸਾ ਪਹੁੰਚ ਜਾਂਦੇ ਹਨ। ਉੜੀਸਾ ਜੋ ਕਿ ਹਿੰਦੂਆਂ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਹੈ। ਇੱਥੇ ਗੁਰੂ ਸਾਹਿਬ ਕੀ ਦੇਖਦੇ ਹਨ? ਇੱਥੇ ਗੁਰੂ ਸਾਹਿਬ ਜਗਨਨਾਥ ਮੰਦਿਰ ਦੇ ਵਿੱਚ ਪੁਜਾਰੀ ਨੂੰ ਜਦੋਂ ਆਰਤੀ ਕਰਦੇ ਦੇਖਦੇ ਹਨ ਤਾਂ ਗੁਰੂ ਸਾਹਿਬ ਉੱਥੇ ਲੋਕਾਂ ਨੂੰ ਇਹ ਸਿੱਖਿਆ ਦਿੰਦੇ ਹਨ ਕਿ ਇਹ ਸਾਰਾ ਜਿਹੜਾ ਸੰਸਾਰ ਹੈ, ਇਹ ਜੋ ਸਾਰਾ ਬ੍ਰਹਿਮੰਡ ਹੈ, ਜਿਸ ਵਿੱਚ ਆਕਾਸ਼, ਸੂਰਜ, ਚੰਦ, ਤਾਰੇ, ਬਨਸਪਤੀ, ਇਹ ਸਾਰੇ ਰਲ ਕੇ ਉਸ ਨਿਰਾਕਾਰ ਵਾਹਿਗੁਰੂ ਦੀ, ਭਗਵਾਨ ਦੀ ਜੋ ਹੈ ਆਰਤੀ ਕਰਦੇ ਰਹਿੰਦੇ ਹਨ। ਇਸ ਲਈ ਗੁਰੂ ਸਾਹਿਬ ਬਾਣੀ ਵਿੱਚ ਲਿਖਦੇ ਹਨ, ਗगन में थाल रव चंदर दीपक बने, तारका मंडल जनक मोती, धूप मल आन लो, पवन चवरो करे सगल बन राय, फलंत ज्योति, कैसी आरती होए भव खंडना तेरी आरती। सो इत्थे गुरु साहब सानू यही उपदेश दिंदे हन कि सानू मूर्ति पूजा जिहड़ी है वो नहीं करनी चाहिए, क्योंकि जो वो अकाल पुरख है, वो निराकार है, उसका कोई आकार नहीं है। सो ये सिक्ख्या देन तो बाद गुरु साहब हुण मध्य भारत के रस्ते वापस अपने घर पहुँच जाते हैं। इस दौरान वो ग्वालियर मध्य प्रदेश दे विचों दी हुंदे होए वो तलवंडी पहुँच जाते हैं। सो बच्चों, जेकर असी इस उदासी नूं भारत के नक्शे विच देखना होवे तां असी इस नूं इस तरह देख सकते हाँ कि गुरु जी सब तो पहला सुल्तानपुर लोधी तो लाहौर पहुँचते हैं। लाहौर तो बाद वो सियालकोट पहुँचते हैं और सियालकोट तो बाद वो सैयदपुर पहुँचते हैं। इत्थों गुरु साहब तलंबा पहुँचते हैं। तलंबा तो गुरु साहब कुरुक्षेत्र पहुँचते हैं, फिर दिल्ली पहुँचते हैं। दिल्ली तो हरिद्वार, गोरखमता, वाराणसी, पटना, पटना तो कामरूप, कामरूप तो बाद ढाका, ढाका तो बाद जगन्नाथपुरी और जगन्नाथपुरी तो मध्य भारत के रस्ते मध्य प्रदेश के भोपाल पहुँचते हैं, ग्वालियर पहुँचते हैं, आगरा पहुँचते हैं ते आगरे तो सैयदपुर पहुँच जाते हैं। सो ये सी गुरु साहब जी की पहली उदासी, जिसका समा सी लगभग 1499 तो 1530 के विचकार। हुण आपां गुरु साहब जी की दूसरी उदासी की गल करते हाँ। इसका समा 1510 ईस्वी तो 1515 ईस्वी का सी। इस दौरान गुरु साहब ने कुछ समा तलवंडी रुकन तो बाद दक्षिण भारत की यात्रा शुरू की। सब तो पहला आप राजस्थान विखे पुष्कर जाते हैं, उस तो बाद माउंट आबू, उस तो बाद दक्षिण दे विच उज्जैन, हैदराबाद, नांदेड़, बिदर, गोलकुंडा, मद्रास, नागापट्टनम, कांचीपुरम, रमेश्वरम की यात्रा वो करते हैं। वो समुद्री मार्ग राही लंका भी जाते हैं अते जिथों वो वापस रामेश्वरम, त्रिवेंद्रम, कोटियम, सोमनाथ, द्वारका आदि जेड़े हुंदे होए बहावलपुर, मुल्तान वो हुंदे होए 1515 ईस्वी नूं गुरु साहब फिर सुल्तानपुर चले आउंदे हन। सो बच्चों, जे असी गुरु साहब जी की
ਇਸ ਉਦਾਸੀ ਨੂੰ ਭਾਰਤ ਦੇ ਨਕਸ਼ੇ ਉੱਪਰ ਦੇਖਣਾ ਹੋਵੇ ਤਾਂ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਕਿ ਗੁਰੂ ਸਾਹਿਬ ਸੁਲਤਾਨਪੁਰ ਤੋਂ ਚੱਲਦੇ ਹਨ, ਇੱਥੇ ਪੁਸ਼ਕਰ ਪਹੁੰਚਦੇ ਹਨ, ਫਿਰ ਮਾਊਂਟ ਆਬੂ ਪਹੁੰਚਦੇ ਹਨ, ਫਿਰ ਉਜੈਨ ਪਹੁੰਚਦੇ ਹਨ, ਫਿਰ ਨਾਂਦੇੜ, ਗੋਲਕੁੰਡਾ, ਮਦਰਾਸ, ਕਾਂਚੀਪੁਰਮ, ਤ੍ਰਿਚਲਾਪੱਲੀ, ਰਮੇਸ਼ਵਰਮ ਅਤੇ ਸ਼੍ਰੀਲੰਕਾ ਦੇ ਵਿੱਚ ਹੁੰਦੇ ਹੋਏ ਵਾਪਸ ਤ੍ਰਿਵੇਂਦਰਮ, ਕੋਟੀਅਮ ਔਰ ਇੱਥੋਂ ਸੋਮਨਾਥ ਜੋ ਦੁਆਰਕਾ, ਉਸ ਤੋਂ ਬਾਅਦ ਮਾਂਡਲਾ, ਉਸ ਤੋਂ ਬਾਅਦ ਬਹਾਵਲਪੁਰ, ਮੁਲਤਾਨ ਔਰ ਤਲਵੰਡੀ ਜਿਹਨੂੰ ਅਸੀਂ ਨਨਕਾਣਾ ਸਾਹਿਬ ਵੀ ਕਹਿੰਦੇ ਹਾਂ, ਉੱਥੇ ਪਹੁੰਚ ਜਾਂਦੇ ਹਨ ਅਤੇ ਵਾਪਸ ਸੁਲਤਾਨਪੁਰ ਆ ਜਾਂਦੇ ਹਨ। ਇਹ ਹੈ ਗੁਰੂ ਸਾਹਿਬ ਦੀ ਜੋ ਹੈ ਦੂਸਰੀ ਉਦਾਸੀ। ਇਸ ਤੋਂ ਬਾਅਦ ਹੁਣ ਅਸੀਂ ਗੁਰੂ ਸਾਹਿਬ ਜੀ ਦੀ ਤੀਸਰੀ ਉਦਾਸੀ ਦੀ ਬੱਚਿਓ ਗੱਲ ਕਰਦੇ ਹਾਂ। ਬੱਚਿਓ, ਉਹਨਾਂ ਦੀ ਜੋ ਤੀਸਰੀ ਉਦਾਸੀ ਹੈ, ਕੁਝ ਸਮਾਂ ਉਹ ਸੁਲਤਾਨਪੁਰ ਠਹਿਰਦੇ ਹਨ ਆਪਣੇ ਪਰਿਵਾਰ ਦੇ ਨਾਲ ਤੇ 1515 ਈਸਵੀ ਵਿੱਚ ਮਰਦਾਨਾ ਹਸੁਲਹਾਰ ਨਾਲ ਲੈ ਕੇ ਉਹ ਉੱਤਰੀ ਭਾਰਤ ਵੱਲ ਆਪਣੀ ਤੀਸਰੀ ਜਿਹੜੀ ਯਾਤਰਾ ਹੈ ਉਹ ਕਰਦੇ ਹਨ। ਉਹ ਮੁਕਾਮ ਪੀਰ ਬੁੱਧਨ ਸ਼ਾਹ, ਤਿੱਬਤ, ਨੇਪਾਲ, ਗੋਰਖਮਤੇ, ਬਿਲਾਸਪੁਰ, ਮੰਡੀ, ਰਿਵਾਲਸਰ, ਜਵਾਲਾ ਜੀ, ਕਾਂਗੜਾ ਜੀ, ਕੁੱਲੂ, ਕੈਲਾਸ਼ ਪਰਬਤ, ਕਾਰਗਲ, ਅਮਰਨਾਥ, ਪਹਿਲਗਾਮ, ਅਨੰਤਨਾਗ, ਬਾਰਾਮੂਲਾ ਆਦਿ ਜਿਹੜੇ ਹਨ ਉਹ ਸਥਾਨਾਂ ਦੇ ਉੱਪਰ ਗੁਰੂ ਸਾਹਿਬ ਪਹੁੰਚਦੇ ਹਨ। ਇੱਥੇ ਵੀ ਉਹ ਲੋਕਾਂ ਨੂੰ ਜੋ ਹੈ ਸ਼ੁੱਧ ਜ਼ਿੰਦਗੀ ਜੀਣ ਦਾ ਉਪਦੇਸ਼ ਦਿੰਦੇ ਹਨ। ਹੁਣ ਆਪਾਂ ਗੁਰੂ ਸਾਹਿਬ ਜੀ ਦੀ ਚੌਥੀ ਉਦਾਸੀ ਬਾਰੇ ਕੁਝ ਗੱਲਾਂ ਸਾਂਝੀਆਂ ਕਰਦੇ ਹਾਂ। ਬੱਚਿਓ, 1517 ਈਸਵੀ ਵਿੱਚ ਗੁਰੂ ਸਾਹਿਬ ਨੇ ਆਪਣੀ ਚੌਥੀ ਉਦਾਸੀ ਆਰੰਭ ਕੀਤੀ। ਇਸ ਵਾਰ ਉਹਨਾਂ ਨੇ ਇੱਕ ਮੁਸਲਮਾਨ ਹਾਜੀ ਪੀਰ ਵਾਲਾ ਪਹਿਰਾਵਾ ਧਾਰਨ ਕੀਤਾ। ਇਸ ਦੌਰਾਨ ਉਹ ਪੱਛਮੀ ਏਸ਼ੀਆ ਵੱਲ ਗਏ। ਮਰਦਾਨਾ ਉਹਨਾਂ ਦੇ ਨਾਲ ਸੀ। ਇਸ ਉਦਾਸੀ ਦਾ ਆਰੰਭ ਗੁਰੂ ਨਾਨਕ ਦੇਵ ਜੀ ਨੇ ਪਾਕਪਟਨ ਤੋਂ ਕੀਤਾ। ਸ਼ੇਖ ਬ੍ਰਹਮ ਨੂੰ ਮਿਲਣ ਉਪਰੰਤ ਉਹ ਮੁਲਤਾਨ ਪਹੁੰਚਦੇ ਹਨ। ਉੱਥੇ ਉਹਨਾਂ ਦੀ ਮੁਲਾਕਾਤ ਪ੍ਰਸਿੱਧ ਸੂਫੀ ਸੰਤ ਸ਼ੇਖ ਬਹਾਉਦੀਨ ਦੇ ਨਾਲ ਹੁੰਦੀ ਹੈ, ਜੋ ਗੁਰੂ ਜੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ। ਇਸ ਤੋਂ ਬਾਅਦ ਗੁਰੂ ਜੀ ਮੱਕਾ, ਜਿਹੜਾ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਸਥਾਨ ਹੈ, ਉੱਥੇ ਪਹੁੰਚਦੇ ਹਨ। ਉੱਥੇ ਗੁਰੂ ਜੀ ਕਾਬੇ ਵੱਲ ਪੈਰ ਕਰਕੇ ਸੌਂ ਜਾਂਦੇ ਹਨ। ਉੱਥੋਂ ਦੇ ਕਾਜੀ ਰੁਕਨਦੀਨ ਇਸ ਤੇ ਇਤਰਾਜ਼ ਕਰਦਾ ਹੈ ਤੇ ਗੁਰੂ ਜੀ ਕਾਜੀ ਨੂੰ ਬੜੇ ਪਿਆਰ ਨਾਲ ਆਖਦੇ ਹਨ ਕਿ ਤੂੰ ਮੇਰੇ ਪੈਰ ਉਸ ਪਾਸੇ ਕਰ ਦੇ ਜਿਸ ਤਰਫ ਤੇਰਾ ਅੱਲਾ ਨਹੀਂ ਹੈ। ਸੋ ਬੱਚਿਓ, ਮੱਕਾ ਤੋਂ ਬਾਅਦ ਗੁਰੂ ਜੀ ਮਦੀਨਾ ਪਹੁੰਚਦੇ ਹਨ। ਇੱਥੇ ਹਜ਼ਰਤ ਮੁਹੰਮਦ ਸਾਹਿਬ ਦੀ ਕਬਰ ਬਣੀ ਹੋਈ ਹੈ। ਗੁਰੂ ਜੀ ਨੇ ਇੱਥੇ ਇਮਾਮ ਆਜ਼ਮ ਖਾਨ ਨਾਲ ਧਾਰਮਿਕ ਵਿਸ਼ੇ ਉੱਪਰ ਗੱਲਬਾਤ ਕੀਤੀ। ਇੱਥੋਂ ਹੋਰ ਵੀ ਬਹੁਤ ਸਾਰੇ ਲੋਕ ਗੁਰੂ ਜੀ ਤੋਂ ਪ੍ਰਭਾਵਿਤ ਹੁੰਦੇ ਹਨ। ਮਦੀਨਾ ਦੀ ਯਾਤਰਾ ਤੋਂ ਬਾਅਦ ਗੁਰੂ ਜੀ ਬਗਦਾਦ ਪਹੁੰਚਦੇ ਹਨ। ਇੱਥੇ ਉਹਨਾਂ ਦੀ ਮੁਲਾਕਾਤ ਸ਼ੇਖ ਬਹਿਲੋਲ ਦੇ ਨਾਲ ਹੁੰਦੀ ਹੈ। ਉਹ ਗੁਰੂ ਜੀ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦਾ ਚੇਲਾ ਬਣ ਜਾਂਦਾ ਹੈ। ਬਗਦਾਦ ਤੋਂ ਬਾਅਦ ਗੁਰੂ ਜੀ ਈਰਾਨ ਅਤੇ ਕੰਧਾਰ ਹੁੰਦੇ ਹੋਏ ਕਾਬਲ ਪਹੁੰਚਦੇ ਹਨ। ਕਾਬਲ ਵਿੱਚ ਉਸ ਸਮੇਂ ਮੁਗਲ ਸਾਮਰਾਜ ਦਾ ਰਾਜ ਸੀ। ਇੱਥੇ ਗੁਰੂ ਜੀ ਨੇ ਆਪਣੇ ਉਪਦੇਸ਼ਾਂ ਨਾਲ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਉਹਨਾਂ ਤੋਂ ਬਾਬਰ ਵੀ ਬਹੁਤ ਪ੍ਰਭਾਵਿਤ ਹੋਇਆ। ਕਾਬਲ ਤੋਂ ਬਾਅਦ ਗੁਰੂ ਜੀ ਪੇਸ਼ਾਵਰ, ਹਸਨ ਅਬਦਾਲ ਅਤੇ ਗੁਜਰਾਤ ਆਦਿ ਸਥਾਨਾਂ ਤੋਂ ਹੁੰਦੇ ਹੋਏ ਵਾਪਸ ਸੈਯਦਪੁਰ ਪਹੁੰਚਦੇ ਹਨ ਅਤੇ ਇਸ ਸਮੇਂ ਬਾਬਰ ਨੇ ਉੱਥੋਂ ਦੇ ਲੋਕਾਂ ਉੱਤੇ ਜੋ ਅਤਿਆਚਾਰ ਕੀਤੇ ਹੋਏ ਹੁੰਦੇ ਹਨ, ਗੁਰੂ ਜੀ ਨੂੰ ਵੀ ਬੰਦੀ ਬਣਾ ਲਿਆ ਜਾਂਦਾ ਹੈ। ਜਦੋਂ ਇਸ ਗੱਲ ਦਾ ਬਾਬਰ ਨੂੰ ਪਤਾ ਲੱਗਦਾ ਹੈ ਤਾਂ ਉਹ ਗੁਰੂ ਜੀ ਨੂੰ ਮਿਲਣ ਜਾਂਦਾ ਹੈ। ਉਹ ਗੁਰੂ ਜੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ। ਉਹ ਗੁਰੂ ਜੀ ਨੂੰ ਰਿਹਾ ਕਰ ਦਿੰਦਾ ਹੈ ਤੇ ਬਾਕੀ ਲੋਕਾਂ ਨੂੰ ਵੀ ਆਜ਼ਾਦ ਕਰ ਦਿੰਦਾ ਹੈ। ਗੁਰੂ ਜੀ ਨੇ ਇਸ ਬਾਰੇ ਬਾਬਰ ਬਾਣੀ ਦੇ ਵਿੱਚ ਇਸ ਹਮਲੇ ਦਾ ਘੋਰ ਨਿੰਦਿਆ ਕੀਤੀ ਹੈ।
ਸੋ ਬੱਚਿਓ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਇਹ ਗੁਰੂ ਸਾਹਿਬ ਦੀ ਜੋ ਚੌਥੀ ਉਦਾਸੀ ਸੀ, ਇਸ ਨੂੰ ਜੇ ਅਸੀਂ ਨਕਸ਼ੇ ਦੇ ਵਿੱਚ ਦੇਖਣਾ ਹੋਵੇ ਤਾਂ ਅਸੀਂ ਇਸ ਨੂੰ ਇਸ ਤਰ੍ਹਾਂ ਦੇਖਦੇ ਹਾਂ ਕਿ ਬੱਚਿਓ, ਸਭ ਤੋਂ ਪਹਿਲਾਂ ਗੁਰੂ ਸਾਹਿਬ ਪਾਕਪਟਨ ਤੋਂ ਮੁਲਤਾਨ ਪਹੁੰਚਦੇ ਹਨ। ਉਸ ਤੋਂ ਬਾਅਦ ਗੁਰੂ ਸਾਹਿਬ ਉੱਚ ਦੇ ਸਥਾਨ ਤੇ ਪਹੁੰਚਦੇ ਹਨ। ਉਸ ਤੋਂ ਬਾਅਦ ਗੁਰੂ ਸਾਹਿਬ ਮੱਕੇ ਤੋਂ ਬਾਅਦ ਮਦੀਨਾ, ਮਦੀਨੇ ਤੋਂ ਬਾਅਦ ਬਗਦਾਦ, ਬਗਦਾਦ ਤੋਂ ਬਾਅਦ ਕੰਦਾਰ, ਫਿਰ ਕਾਬੁਲ ਅਤੇ ਫਿਰ ਸੁਲਤਾਨਪੁਰ ਜੋ ਕਿ ਪਾਕਿਸਤਾਨ ਵਿੱਚ ਹੈ, ਉੱਥੇ ਪਹੁੰਚਦੇ ਹਨ। ਸੋ ਇਸ ਤਰ੍ਹਾਂ ਜੋ ਗੁਰੂ ਜੀ ਹੈ ਉਹ ਆਪਣੀ ਚੌਥੀ ਉਦਾਸੀ ਨੂੰ ਪੂਰਾ ਕਰਦੇ ਹਨ ਔਰ ਇਸ ਉਦਾਸੀ ਦਾ ਸਮਾਂ ਲਗਭਗ 1517 ਈਸਵੀ ਤੋਂ ਲੈ ਕੇ 1521 ਈਸਵੀ ਦੇ ਤੱਕ ਦਾ ਸੀ। ਸੋ ਬੱਚਿਓ, ਇੱਥੋਂ ਗੁਰੂ ਸਾਹਿਬ ਵਾਪਸ ਆ ਕੇ 1522 ਦੇ ਲਗਭਗ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਜੋ ਹੈ ਉੱਥੇ ਵਸ ਜਾਂਦੇ ਹਨ। ਉਹ ਆਪਣੇ ਅੰਤਲੇ ਸਮੇਂ ਦੌਰਾਨ ਬੱਚਿਓ ਇੱਥੇ ਹੀ ਰਹਿੰਦੇ ਹਨ। ਉਹਨਾਂ ਨੇ ਆਪ ਘਰ ਦੇ ਕੰਮ ਵੀ ਕੀਤੇ। ਗ੍ਰਸਤ ਜਿਹੜਾ ਹੈ ਆਦਰਸ਼ ਗ੍ਰਸਤ ਜੀਵਨ ਬਤੀਤ ਕਰਦਿਆਂ ਅਖੀਰ ਗੁਰੂ ਸਾਹਿਬ 12 ਸਤੰਬਰ 1539 ਨੂੰ ਜੋਤੀ ਜੋਤ ਸਮਾ ਜਾਂਦੇ ਹਨ। ਹੁਣ ਤੱਕ ਜਿੰਨੀਆਂ ਵੀ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਹਨ ਗੁਰੂ ਸਾਹਿਬ ਦੀਆਂ, ਉਹ ਇਹੀ ਕਹਿੰਦੀਆਂ ਹਨ ਕਿ ਗੁਰੂ ਸਾਹਿਬ ਨੇ ਇੱਕੋ ਇੱਕ ਜੋ ਉਦੇਸ਼ ਹੈ ਉਹਨਾਂ ਦਾ, ਉਹ ਇਹ ਸੀ ਕਿ ਉਹ ਸਮਾਜ ਦੇ ਵਿੱਚ ਆਈਆਂ ਕੁਰੀਤੀਆਂ ਨੂੰ ਸੁਧਾਰਨ ਦਾ ਉਹਨਾਂ ਨੇ ਯਤਨ ਕੀਤਾ ਹੈ। ਉਹ ਇੱਕ ਸਾਇੰਸ ਦੇ ਅਧਿਆਪਕ ਵੀ ਸਨ। ਜਿਹੜੀਆਂ ਗੱਲਾਂ ਉਹਨਾਂ ਨੇ ਉਸ ਸਮੇਂ ਕੀਤੀਆਂ ਕਿ ਧਰਤੀ ਗੋਲ ਹੈ, ਜਿਵੇਂ ਆਰਤੀ ਦੇ ਵਿੱਚ ਉਹ ਕਹਿੰਦੇ ਹਨ, ਉਹ ਗੱਲਾਂ ਬਹੁਤ ਸਾਲਾਂ ਬਾਅਦ ਜਿਹੜੀਆਂ ਹਨ ਉਹ ਸਾਇੰਸਦਾਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਸੋ ਸਾਡਾ ਅੱਜ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ, ਉਹਨਾਂ ਦੀ ਬਾਣੀ ਨੂੰ ਪੜ੍ਹੀਏ ਔਰ ਜਿਵੇਂ ਗੁਰੂ ਸਾਹਿਬ ਕਹਿੰਦੇ ਹਨ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਸੋ ਗੁਰੂ ਸਾਹਿਬ ਦੀਆਂ ਜਿਹੜੀਆਂ ਇਹ ਲਾਈਨਾਂ ਹਨ, ਇਹ ਸਾਡੇ ਲਈ ਅੱਜ ਬਹੁਤ ਹੀ ਖਾਸ ਮਹੱਤਵ ਰੱਖਦੀਆਂ ਹਨ। ਸਾਨੂੰ ਪਵਨ ਜਿਹੜੀ ਹੈ, ਹਵਾ ਹੈ, ਉਸ ਨੂੰ ਵੀ ਸ਼ੁੱਧ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ। ਸਾਨੂੰ ਰੁੱਖ ਲਗਾਉਣੇ ਚਾਹੀਦੇ ਹਨ। ਉਸ ਤੋਂ ਬਾਅਦ ਉਹ ਕਹਿੰਦੇ ਹਨ ਪਾਣੀ ਪਿਤਾ। ਸੋ ਸਾਨੂੰ ਪਾਣੀ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਤੇ ਧਰਤੀ ਜਿਹੜੀ ਸਾਡੀ ਮਾਤਾ ਹੈ, ਸਾਨੂੰ ਇਸ ਵਿੱਚ ਵੀ ਇਸ ਦੀ ਰੱਖਿਆ ਵੀ ਕਰਨ ਲਈ ਕੀੜੇ ਮਾਰ ਦਵਾਈਆਂ ਆਦਿ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ। ਸੋ ਬੱਚਿਓ, ਮੈਂ ਆਪਣੀ ਬਾਣੀ ਨੂੰ ਇੱਥੇ ਹੀ ਵਿਰਾਮ ਦਿੰਦਾ ਹਾਂ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ। ਥੈਂਕ ਯੂ ਜੀ।